सनी ਦਿਓਲ ਨੂੰ ਪਾਸੇ ਕਰ ਕਿਸਾਨ ਸੰਘਰਸ਼ 'ਚ ਉਤਰੇ ਅਦਾਕਾਰ ਦੀਪ ਸਿੱਧੂ ਨੇ ਵੀ ਅੱਜ ਹਾਥਰਸ ਮਾਮਲੇ ਦੇ ਵਿਰੋਧ 'ਚ ਦਿੱਤੇ ਜਾ ਰਹੇ ਦਲਿਤ ਜਥੇਬੰਦੀਆਂ ਦੇ ਧਰਨੇ ਨੂੰ ਸੰਬੋਧਨ ਕੀਤਾ। ਦੀਪ ਸਿੱਧੂ ਦਾ ਕਹਿਣਾ ਸੀ ਕਿ ਸਿਰਫ ਇੱਕ ਮਾਮਲੇ ਦਾ ਵਿਰੋਧ ਕਰਨ ਨਾਲ ਇਸ ਬੁਰਾਈ ਦਾ ਅੰਤ ਨਹੀਂ ਹੋ ਸਕਦਾ। ਸਮੱਸਿਆ ਨੂੰ ਖਤਮ ਕਰਨ ਲਈ ਇਸ ਦੀ ਜੜ ਲੱਭਣੀ ਜ਼ਰੂਰੀ ਹੈ ਅਤੇ ਉਹ ਹੈ ਜਾਤ-ਪਾਤ ਦਾ ਅੰਤਰ। ਦੀਪ ਸਿੱਧੂ ਮੁਤਾਬਕ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਬੁਰਾਈ ਨੂੰ ਖਤਮ ਕਰਨ ਲਈ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ। ਅੱਜ ਵੀ ਉਹਨਾਂ ਦੇ ਵਿਖਾਏ ਰਸਤੇ ਤੇ ਚੱਲਦੇ ਹੋਏ ਇਸ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਪੰਜਾਬ ਤੇ ਮਿਹਣਾ ਰਹਿ ਜਾਂਦਾ ਵੀ ਮਨੀਸ਼ਾ ਦੇ ਹੱਕ 'ਚ ਅਸੀਂ ਇਕੱਠੇ ਨਾ ਹੋ ਸਕੇ, ਆਵਾਜ਼ ਨਾ ਬੁਲੰਦ ਕਰ ਸਕੇ ਜਾਂ ਲਿਖਣ ਵਾਲੀਆਂ ਕਲਮਾਂ ਉਹਦੇ ਲਈ ਲਿਖ ਨਾ ਸਕੇ। ਦੇਖੋ ਅਸੀਂ ਅੱਜ ਮਨੀਸ਼ਾ ਦੀ ਜਸਟਿਸ ਆ ਬਾਈ ਜੀ, ਮਾੜਾ ਜਿਹਾ ਪਾਸੇ ਹੋ ਜਾਓ, ਇੱਥੇ ਗੱਲ ਵੀ ਕਰਨੀ ਬਹੁਤ ਜ਼ਰੂਰੀ ਹੈ। ਬਹਿ ਜਾਓ ਜਾਂ ਤਾਂ ਬਹਿ ਜਾਓ ਪਲੀਜ਼, ਗੱਲ ਬੜੀ ਗੰਭੀਰ ਆ ਭਾਈ ਜੀ, ਤੁਸੀਂ ਵੀ ਬੈਠਣਾ ਪਊਗਾ। ਤਹਿਲਕਾ ਸਰ ਬਹਿ ਜਾਓ ਪਲੀਜ਼, ਬਹਿ ਜਾਓ ਪਲੀਜ਼ ਸਰ, ਪਲੀਜ਼ ਜਾਂ ਸਾਈਡ ਤੇ ਆ ਜਾਓ ਜਾਂ ਬਹਿ ਜਾਓ, ਕਿਉਂਕਿ ਗੱਲ ਗੰਭੀਰ ਆ। ਮੈਂ ਆਪਦੀ ਕਵਰੇਜ ਕਰਾਉਣ ਨਹੀਂ ਆਇਆ, ਵੋਟਾਂ ਮੰਗਣ ਵੀ ਨਹੀਂ ਆਇਆ। ਗੰਭੀਰਤਾ ਇਸ ਮਸਲੇ ਦੀ ਉਹਨੂੰ ਸਮਝਣ ਵਾਸਤੇ ਆਏ ਆ। ਬੜੇ ਜੇ ਆਪਾਂ ਸਿਰ ਜੋੜ ਕੇ ਬੈਠੀਏ, ਗੱਲਬਾਤ ਕਰੀਏ, ਕਿਉਂਕਿ ਅਸੀਂ ਮਨੀਸ਼ਾ ਦੀ ਜਸਟਿਸ, ਮਨੀਸ਼ਾ ਦੇ ਕਾਤਲਾਂ ਨੂੰ ਫਾਂਸੀ ਹੋ, ਅਸੀਂ ਇਹ ਨਾਰੇ ਲਾਉਣ ਲੱਗ ਜਾਂਦੇ ਆ। ਅਸਲ ਜੜ ਕਿੱਥੇ ਪਈ ਆ? ਜਿੱਥੋਂ ਮਨੀਸ਼ਾ ਤੇ ਹਮਲੇ ਹੋਏ ਜਾਂ ਮਨੀਸ਼ਾ ਵਰਗੀਆਂ ਸਾਡੀਆਂ ਬੱਚੀਆਂ ਤੇ ਪਹਿਲਾਂ ਉਹਨਾਂ ਤੇ ਹਮਲੇ ਹੋਏ, ਉਹਦੀ ਜੜ ਕਿੱਥੇ ਪਈ ਆ? ਇਹਦੇ ਬਾਰੇ ਅਸੀਂ ਕਦੇ ਨਹੀਂ ਸੋਚਦੇ। ਇਹ ਕਿੰਨਾ ਹਾਲਾਤਾਂ ਚੋਂ ਇਹ ਮਸਲੇ ਸਾਡੇ ਸਾਹਮਣੇ ਪੈਦਾ ਹੁੰਦੇ ਆ, ਇਹਦੇ ਬਾਰੇ ਵੀ ਅਸੀਂ ਕਦੇ ਨਹੀਂ ਸੋਚਦੇ। ਇਹਦੇ ਬਾਰੇ ਕਦੇ ਮੁਖਾਤਬ ਨਹੀਂ ਹੁੰਦੇ, ਸਿਰ ਜੋੜ ਕੇ ਨਹੀਂ ਬੈਠਦੇ, ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਪਰ ਬੜੇ ਵੱਡੇ ਨਾਰੇ ਤਿੱਖੇ ਤੇ ਜੋਸ਼ ਚਾ ਕੇ ਲਾਏ ਜਾਂਦੇ ਆ ਵੀ ਮਨੀਸ਼ਾ ਨੂੰ ਇਨਸਾਫ ਦੇਣਾ ਚਾਹੀਦਾ, ਮੋਦੀ ਵੀ ਮੁਰਦਾਬਾਦ ਤੇ ਯੋਗੀ ਵੀ ਮੁਰਦਾਬਾਦ। ਮੈਂ ਕਹਿੰਦਾ ਇਨਸਾਫ ਮਿਲਣਾ ਚਾਹੀਦਾ, ਮੋਦੀ ਤੇ ਯੋਗੀ ਮੁਰਦਾਬਾਦ ਕਹਿਣਾ ਚਾਹੀਦਾ ਸਾਨੂੰ। ਪਰ ਜੇ ਅਸੀਂ ਜੜ ਨੂੰ ਨਾ ਸਮਝਾਂਗੇ, ਜਿੱਥੇ ਇਹਨਾਂ ਨੇ ਜੜ ਲਾਈ ਆ ਉਹ ਜੜ ਨੂੰ ਨਹੀਂ ਪੱਟਾਂਗੇ, ਫਿਰ ਇੱਕ ਹੋਰ ਮਨੀਸ਼ਾ ਆਊਗੀ, ਅਸੀਂ ਉਹਦੇ ਲਈ ਵੀ ਸਿਰ ਜੋੜ ਕੇ ਆਈ ਬੈਠਾਂਗੇ ਤੇ ਇਨਸਾਫ ਦੀ ਮੰਗ ਕਰਾਂਗੇ। ਜੜ ਇਹਦੀ ਉਸ ਦਰਜਾ ਬਦਰਜੀ, ਉਸ ਊਚ ਨੀਚ ਤੇ ਜਾਤ ਪਾਤ 'ਚ ਪਈ ਆ, ਜਿਹੜਾ ਸਵਰਨ ਜਾਤੀ ਨੇ, ਇਸ ਦੇਸ਼ ਦੀ ਸਵਰਨ ਜਾਤੀ ਨੇ ਹਜ਼ਾਰਾਂ ਸਾਲਾਂ ਤੋਂ ਸਿਰਜਿਆ ਹੋਇਆ, ਜਿਹੜੀ ਕੋਈ ਦੇਵੀ ਰਚਨਾ ਨਹੀਂ ਆ। ਇਹ ਕਿਸੇ ਗ੍ਰੰਥ 'ਚ ਨਹੀਂ ਲਿਖਿਆ, ਇਹਨਾਂ ਦੇ ਬਣਾਇਆ ਹੋਇਆ ਗ੍ਰੰਥਾਂ 'ਚ ਲਿਖੀ ਹੋਈ ਗੱਲ ਆ। ਪਰ ਇਹ ਮਨੁੱਖੀ ਬੁੱਧੀ 'ਚੋਂ ਪੈਦਾ ਕੀਤੀ ਗੱਲ ਆ ਵੀ ਕੋਈ ਜਾਤ ਪਾਤ ਵੀ ਹੁੰਦੀ ਆ, ਕੋਈ ਦਰਜਾ ਬਦਰਜੀ ਵੀ ਹੁੰਦੀ ਆ। ਜਦੋਂ ਭਗਤੀ ਲਹਿਰ ਚੱਲੀ, ਦੇਖੋ ਦੋ ਗੱਲਾਂ ਸਮਝਣ ਦੀ ਬਹੁਤ ਜ਼ਰੂਰਤ ਆ। ਇੱਕ ਗੱਲ ਪ੍ਰਤੱਖ ਹਕੀਕਤ ਤੇ ਅਟੱਲ ਸੱਚਾਈ, ਜਿਹਤੋਂ ਮੁਨਕਰ ਨਹੀਂ ਕੀਤਾ ਜਾ ਸਕਦਾ। ਪ੍ਰਤੱਖ ਹਕੀਕਤ ਸਾਡੇ ਸਾਹਮਣੇ ਪਈ ਹੁੰਦੀ ਆ, ਅਟੱਲ ਸੱਚਾਈ ਹਰ ਮਨੁੱਖ ਦੇ ਅੰਦਰ ਹੁੰਦੀ ਆ, ਉਹਦੀ ਰੂਹ ਦੇ ਅੰਦਰ ਹੁੰਦੀ ਆ, ਉਹ ਤੋਂ ਵੀ ਮੁਨਕਰ ਨਹੀਂ ਕੀਤਾ ਜਾ ਸਕਦਾ। ਪ੍ਰਤੱਖ ਹਕੀਕਤ ਤੇ ਅਟੱਲ ਸੱਚਾਈ ਇਹ ਆ ਵੀ ਜਦੋਂ ਤੱਕ ਅਸੀਂ ਜਾਤ ਪਾਤ ਦਾ ਵਿਰੋਧ, ਜਦੋਂ ਤੱਕ ਇਹ ਦਰਜਾ ਬਦਰਜੀ ਦਾ ਵਿਰੋਧ, ਜਦੋਂ ਤੱਕ ਜਿਸ ਤਰ੍ਹਾਂ ਇਲਾਹੀ ਚੀਜ਼ ਨੂੰ ਇਹ ਇਲਾਹੀ ਪਰ ਸਾਨੂੰ ਸਾਡੇ ਉੱਤੇ ਗਲਬਾ ਪਾਉਂਦੇ ਆ ਵੀ ਇਹ ਤਾਂ ਪੈਦਾ ਹੀ ਆਏ ਹੋਏ ਆ, ਅਸੀਂ ਤਾਂ ਪੈਦਾ ਹੀ ਆਏ ਹੋਏ ਆ। ਇਹ ਜਿਹੜੀ ਮਨੂ ਸਮ੍ਰਿਤੀਆਂ 'ਚ ਜਾਂ ਗ੍ਰੰਥਾਂ 'ਚ ਜਾਤ ਪਾਤ ਇਹਨਾਂ ਨੇ ਸਾਡੇ ਉੱਤੇ ਪਾਤੀ, ਥੋਪਤੀ ਤੇ ਅਸੀਂ ਗ੍ਰਹਿਣ ਵੀ ਕਰ ਲਈ। ਉਹਦਾ ਖੰਡਨ ਕਰਨਾ ਪਊਗਾ, ਉਸੇ ਤਰ੍ਹਾਂ ਖੰਡਨ ਕਰਨਾ ਪਊਗਾ ਜਿਵੇਂ ਮਹਾਤਮਾ ਬੁੱਧ ਨੇ ਕੀਤਾ ਸੀ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ ਤੇ ਜਿਵੇਂ ਡਾਕਟਰ ਭੀਮ ਰਾਓ ਅੰਬੇਦਕਰ ਨੇ ਕੀਤਾ ਸੀ। ਹੁਣ ਦੇਖੋ, ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਦੇ ਆ। ਗੁਰੂ ਨਾਨਕ ਸਾਹਿਬ ਨੇ ਆਪਦੇ ਨਾਲ ਦੋ ਪਰੰਪਰਾਵਾਂ ਲੈ ਕੇ ਚੱਲੇ, ਉਹ ਮਰਦਾਨਾ ਤੇ ਬਾਲਾ। ਉਹਨਾਂ ਦੋਨਾਂ ਤੋਂ ਬਿਨਾਂ ਉਹ ਕੋਈ ਦੋ ਵਿਅਕਤੀ ਨਹੀਂ ਸੀ, ਦੋ ਪਰੰਪਰਾਵਾਂ ਨਾਲ ਤੁਰਦੀਆਂ ਸੀ। ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਸੰਗਤ ਤੇ ਪੰਗਤ 'ਚ ਲੰਗਰ ਦੀ ਸਾਨੂੰ ਪ੍ਰਥਾ ਚਲਾਈ, ਉਹ ਲੰਗਰ ਦਾ ਮਤਲਬ ਭੁੱਖਿਆਂ ਨੂੰ ਲੰਗਰ ਛਕਾਉਣਾ ਨਹੀਂ ਸੀ। ਲੰਗਰ ਦਾ ਮਤਲਬ ਇਹ ਸੀ ਇੱਕੋ ਰਸੋਈ 'ਚ ਖਾਣਾ ਪੱਕੇ, ਇੱਕ ਥਾਂ ਤੇ ਬੈਠ ਕੇ ਹਰ ਬੰਦਾ ਖਾਵੇ, ਤਾਂ ਕਿ ਜਿਹੜੀ ਇਹ ਉਸ ਵੇਲੇ ਦੀ ਦਰਜਾ ਬਦਰਜੀ ਆ ਉਹਨੂੰ ਟੱਕਰ ਦਿੱਤੀ ਜਾ ਸਕੇ। ਸੋ ਉਸ ਪ੍ਰਥਾ ਦਾ ਮਤਲਬ ਸੀ ਜਿਹੜਾ ਉਹ ਦਰਜਾ ਬਦਰਜੀ ਦਾ ਵਿਰੋਧ ਕਰਨਾ ਸੀ, ਜਾਤ ਪਾਤ ਦਾ ਵਿਰੋਧ ਕਰਨਾ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਆਪਦਾ ਫਲਸਫਾ ਸਾਨੂੰ ਕਿਹਾ, ਮਾਨਸ ਕੀ ਜਾਤ, ਜਾਂ ਉਹਨਾਂ ਨੇ ਕਿਹਾ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਇੱਕ ਨੂਰ ਸੇ ਸਭ ਜਗ ਉਪਜਾ, ਕੌਣ ਭਲੇ ਕੌਣ ਮੰਦੇ। ਸੋ ਉਸੇ ਤਰ੍ਹਾਂ
सिख धर्म या मैं एक ਜਿਹੜੀ ਅਟੱਲ ਸੱਚਾਈ ਆ ਸਾਡੇ ਸਿੱਖਾਂ ਨੂੰ ਵੀ ਸੰਬੋਧਨ ਕਰਦਾ, ਤੁਸੀਂ ਵੀ ਦਰਜਾ ਬਦਰਜੀ ਕਰਕੇ ਬੈਠੇ ਹੋ, ਉਹਦਾ ਵੀ ਖੰਡਨ ਕਰਨਾ ਪਊਗਾ ਸਾਨੂੰ। ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਿਧੀ ਚੰਦ ਸ਼ੀਨਾ ਉਹਨਾਂ ਦੇ ਨਾਲ ਸੀ, ਉਹਨਾਂ ਲਈ ਲੜਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਦੇ ਹਿੱਕ ਨਾਲ ਲਾ ਕੇ ਕਿਹਾ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਉਹ ਦਰਜਾ ਬਦਰਜੀ ਦਾ ਵਿਰੋਧ ਸੀ। ਗੁਰੂ ਦਾ ਸੀਨਾ ਕਿਹਾ ਉਹਨੂੰ, ਸੀਨੇ 'ਚ ਦਿਲ ਆ ਤੇ ਦਿਲ 'ਚ ਹੀ ਸਭ ਕੁਝ ਹੁੰਦਾ। ਉਦੋਂ ਅੱਗੇ ਚੱਲਦੇ ਆ, ਸਿੱਖ ਫਲਸਫੇ ਤੇ ਆਉਣੇ ਆ ਜਿਹਨੂੰ ਅਸੀਂ ਸਮਝਦੇ ਨਹੀਂ ਅੱਜ। ਜਦੋਂ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਦਾ ਸਿਰ ਲੈ ਕੇ ਆਏ, ਗੱਲ ਬਹੁਤ ਵੱਡੀ ਆ ਸਾਡੇ ਲਈ ਸੋਚਣ ਵਾਲੀ ਆ। ਸਿਰ ਲੈ ਕੇ ਦਿੱਲੀ ਪਹੁੰਚਦੇ ਆ, ਉਹ ਦਿੱਲੀ ਤੋਂ ਲੈ ਕੇ ਆਉਂਦੇ ਆ ਗੁਰੂ ਸਾਹਿਬ ਕੋਲੇ, ਤਾਂ ਗੁਰੂ ਸਾਹਿਬ 9 ਸਾਲ ਦੀ ਉਮਰ ਸੀ 10ਵੇਂ ਪਾਤਸ਼ਾਹ ਦੀ। ਉਹਨਾਂ ਨੇ ਕਿਹਾ रंगरेटा गुरु का बेटा। रंगरेटा भी उसे दर्जा बदरजी चो पैदा होया सी, पर रंगरेटा इनू गुरु का बेटा कहा सी, उसे दर्जा बदरजी नू खत्म कीता सी। फिर सब तो बड़ा टर्निंग पॉइंट गुरु साहब ने भाई जैता जी नू पुछया भी दसो उत्थे होर भी कोई सिख सी। भाई जैता जी कहंदे पातशाह ये किवें पछाणिया जा सकदा इन्नी भीड़ च, जे होणगे तां होणगे भी। टर्निंग पॉइंट की सी? गुरु साहब कहंदे अज तो बाद सिख की पछाण विलखण होगी, सिख हजारां च पछाणिया जाऊगा। 10वें पातशाह की अगली कहानी, ये टर्निंग पॉइंट है सिख हिस्टरी दे। जे सिख नहीं समझते कोई फायदा नहीं तुहानू आपदे आप नू सिख कहण दा। भाई गुरु साहब दे नाल भाई संगत जी सीगे जिहड़े चमकौर दी गढ़ी च, कित्थे है सुखदेव भाई संगत जी सीगे, भाई संगत जी सी ना चमकौर दी गढ़ी च। गुरु साहब दे नाल गुरु साहब नू 5 प्यारिਆਂ ने हुक्म दिता कि पातशाह थोड़ी लोड़ आ कौम नू, तुसीं जे रहोगे इत्थे थोड़ी रूह रहूगी तो होर बहुत जरनैल पैदा कर लोगे, पर साडे तो नहीं पैदा होने। गुरु साहब ने आपदी पग ते कलगी ला के भाई संगत जी दे सीस ते रखती ते कहा हुण सिख पंथ दी इज्जत ते सिख पंथ की पातशाही तुहाडे कोले आ। ये जे असीं गल नहीं समझांगे साडा सिख होण दा कोई फायदा नहीं होगा। असीं दर्जा बदरजी ते जात पात के विरोध च लड़ना, जड़ उत्थे पई आ जिथे मनीषा ते हमला हुंदा, सानू उवें ही खंडन करना पऊगा जिवें डॉक्टर भीमराव अंबेडकर ने गांधी महात्मा गांधी नू कहा सी। पूने राउंड टेबल कॉन्फ्रेंस हो रही सी, महात्मा गांधी कहंदे असीं नहीं पूने की गल है जी, ये नहीं बहुत कॉन्फ्रेंसिस हुई, एक राउंड टेबल कॉन्फ्रेंस होने की गल। हाँ जी, सो चलो मीटिंग हुई, मीटिंग च श्री अपने बाबा साहब अंबेडकर उन्होंने कहते भी असी एक नेशन बिल्डिंग करनी आ, ये देश सिरजना, ते इत्थे दर्जा बदरजी नूं असीं खत्म कर लांगे जिवें संविधान च असीं लिखी जाने आ। हुण डॉक्टर भीमराव अंबेडकर कहते इस तरह प्रीति भोज करके इंटरकास्ट मैरिज करके ये दर्जा बदरजी खत्म नहीं होनी। इस दर्जा बदरजी की जड़ पई आ उन्हां सारे ग्रंथां च जिथों ये दर्जा बदरजी की जड़ जे तुसीं उत्थों ना चक्की ते जे तुसीं रिजर्वेशन दे लोगे, कल्ली रिजर्वेशन रियायतां दे के या साडियां फीसां माफ करके तुसीं ये गल कह दोगे भी असीं नेशन बिल्ड कर रहे हैं, तो ये थोड़ी गलती है महात्मा जीओ। मोहनदास करमचंद गांधी कहते भी तू तो देश के हक च गल नहीं करता। इस गल ते डॉक्टर BR अंबेडकर कहते मेरे लिए कोई देश नहीं है महात्मा जीओ, मेरे लिए पहला मेरे लोग आ, उस तो बाद कोई देश आउंदा। सो साडे जिहड़े रहबर आ वो गुरु नानक साहब आ, साडे रहबर आ डॉक्टर BR अंबेडकर आ, जिन्हां ने जिहड़ी जड़ की गल की है भी जदों तक असीं जड़ नहीं पट्टांगे, जदों तक सैपरेट इलैक्टोरेट की गल करते सी उस संविधान च, उस गल ते उन्होंने कहा इन्होंने सैपरेट इलैक्टोरेट दो, नहीं तो तुसीं आपदे वर्गे लीडर पैदा करके इन्हां च वाड़ दोगे, इन्हां दीयां वोटां लै दोगे, ये फिर उत्थे दी उत्थे खड़े आ। इस गल दे विरोध च उन्होंने भुख हड़ताल करती स्वर्ण जाति लोगों ने, ते गल यह कही गई भी जे किते गल यह डॉक्टर BR अंबेडकर ने आपकी गल ना छड्डी तो असी और बापू नूं जे कुछ हो गया असी अग्गां ला देंगे, असी बलात्कार करांगे,
ਅਸੀਂ ਬਹੁਤ ਵੱਡੇ ਤੌਰ ਤੇ ਇਸ ਗੱਲ ਦਾ ਵਿਰੋਧ ਕਰਾਂਗੇ ਵੀ ਡਾਕਟਰ B.R. ਅੰਬੇਦਕਰ ਦੀ ਗੱਲ ਤੇ ਅੜੇ ਆ। ਸੋ ਸਾਡੀ ਜਿਹੜੀ ਲੜਾਈ ਆ ਉਹ ਸ਼ੁਰੂ ਆ ਉਸ ਦਰਜਾ ਬਦਰਜੀ ਦੇ ਖਿਲਾਫ। ਦਲਿਤ ਕੌਣ ਹੁੰਦਾ ਯਾਰ? ਅਸੀਂ ਨਹੀਂ ਦਲਿਤ ਆ। ਜੇ ਦਲਿਤ ਕੋਈ ਇਹੋ ਜਿਹਾ ਵੱਖਰਾ ਵਰਗ ਆ ਤਾਂ ਅੱਜ ਤੋਂ ਮੈਨੂੰ ਵੀ ਦਲਿਤ ਦੀਪ ਸਿੱਧੂ ਕਹਿ ਦੋ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਸੋ ਜੜ ਜਿੱਥੇ ਪਈ ਆ ਅਸੀਂ ਉਸ ਜੜ ਦੇ ਖਿਲਾਫ ਲੜਨਾ। ਆਇਆ ਤਾਂ ਮੈਂ ਮਨੀਸ਼ਾ ਬਾਰੇ ਗੱਲ ਕਰਨ ਸੀ, ਪਰ ਜਦੋਂ ਮੈਂ ਇੱਥੇ ਮਾਹੌਲ ਦੇਖਿਆ ਗੱਲ ਹਾਂਜੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਨਹੀਂ ਜੀ, ਮੈਂ ਕਹਿੰਦਾ ਮੈਂ ਵੀ ਦਲਿਤ ਹਾਂ ਹੈ ਨਾ। ਨਹੀਂ ਦੇਖੋ ਸਾਡੇ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਆ, ਪਰ ਵਿਚਾਰਾਂ ਦੇ ਵਖਰੇਵੇਂ ਕੋਈ ਗੱਲ ਨਹੀਂ, ਸਾਡੇ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਆ। ਸਾਡੀ ਜਿਹੜੀ ਗੱਲ ਆ ਗੱਲ ਇਹ ਆ, ਅਸੀਂ ਦਰਜਾ ਬਦਰਜੀ ਦਾ ਵਿਰੋਧ ਕਰ ਰਹੇ ਹਾਂ। ਇਹ ਤੋਂ ਉੱਤੇ ਤਾਂ ਕੋਈ ਗੱਲ ਹੀ ਨਹੀਂ ਹੈ ਨਾ। ਅਸੀਂ ਤਾਂ ਇਹ ਕਹਿ ਰਹੇ ਹਾਂ ਆਹ ਦਰਜਾ ਬਦਰਜੀ ਨਹੀਂ ਹੋਣੀ ਚਾਹੀਦੀ। ਤੁਸੀਂ ਇਤਿਹਾਸ ਨੂੰ ਲੈ ਕੇ ਖੜੇ ਹੋ, ਇਤਿਹਾਸ 'ਚ ਕਿਹਨੇ ਕੀ ਲਿਖਿਆ ਸਾਨੂੰ ਨਹੀਂ ਪਤਾ। ਅਸੀਂ ਊਚ ਨੀਚ ਜਾਤ ਪਾਤ ਨਹੀਂ ਰੱਖਣੀ, ਉਹਦੇ ਖਿਲਾਫ ਅਸੀਂ ਲੜਨਾ, ਆਪਦੀ ਆਵਾਜ਼ ਬੁਲੰਦ ਕਰਨੀ ਆ। ਸਾਡੀ ਗੱਲ ਸਿਰਫ ਇੱਥੋਂ ਤੱਕ ਹੀ ਸੀਮਤ ਆ। ਜੇ ਇਹਦੇ ਵਿੱਚ ਕੋਈ ਨਹੀਂ ਆਉਂਦਾ ਤੇ ਵਿਚਾਰਾਂ ਦੇ ਵਖਰੇਵੇਂ ਆ, ਅਸੀਂ ਉਹਨੂੰ ਮਾਣ ਸਨਮਾਨ ਦਿੰਦੇ ਆ, ਪਰ ਸਾਡੀ ਲੜਾਈ ਸਪਸ਼ਟ ਆ। ਤੇ ਇਸ ਸਪਸ਼ਟਤਾ 'ਚ ਮੈਨੂੰ ਕੋਈ ਇਹਦੇ 'ਚ ਇੱਕ ਆਨਾ ਵੀ ਇੱਕ ਤੋੜਾ ਵੀ ਇਸ ਸਪਸ਼ਟਤਾ ਤੋਂ ਮੈਂ ਹਟਦਾ ਨਹੀਂ ਆ। ਤੁਹਾਡੇ ਨਾਲ ਖੜਾ, ਜਿੱਥੇ ਲੜਾਈ ਲੜਨੀ ਹੋਏ ਨਾਲ ਆ ਕੇ ਖੜੂੰਗਾ, ਨਾਲ ਬੈਠੂੰਗਾ। ਜੇ ਕੋਈ ਦਲਿਤ ਦੀ ਗੱਲ ਕਰਦਾ ਤਾਂ ਮੈਂ ਖੁਦ ਦਲਿਤ ਆ। ਇਹ ਗੱਲ ਤੁਸੀਂ ਅੱਜ ਤੋਂ ਲਿਖਣੀ ਸ਼ੁਰੂ ਕਰ ਦਿਓ। ਚਾਹੇ ਮੈਂ ਇਹਦੇ ਗੱਲ 'ਚ ਕੋਈ ਅਸੀਂ ਇਨਸਾਨ ਨੂੰ ਨਹੀਂ ਪਛਾਣ ਸਕੇ। ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਬੋ ਕਿਹਾ ਗੁਰੂ ਸਾਹਿਬ ਨੇ। ਜੇ ਅਸੀਂ ਇਸ ਗੱਲ ਤੋਂ ਵੀ ਮੁਨਕਰ ਹੋ ਰਹੇ ਹਾਂ ਤੇ ਇਤਿਹਾਸ ਨੂੰ ਕਿਵੇਂ ਮਰੋੜ ਕੇ ਪੇਸ਼ ਕੀਤਾ, ਜੇ ਅਸੀਂ ਉਹਨਾਂ ਗੱਲਾਂ 'ਚ ਜਾਂਦੇ ਹਾਂ ਫਿਰ ਅਸੀਂ ਇੱਥੋਂ ਉੱਠ ਨਹੀਂ ਸਕਾਂਗੇ। ਸਾਨੂੰ ਉੱਠਣਾ ਪਊਗਾ ਆਪਦੇ ਅੰਦਰ ਪੋਜ਼ਿਟਿਵਿਟੀ ਰੱਖ ਕੇ। ਸਾਨੂੰ ਉੱਠਣਾ ਪਊਗਾ ਇਹ ਸਮਝ ਕੇ ਵੀ ਅਸੀਂ ਨਹੀਂ ਜਾਤ ਪਾਤ ਰੱਖਣੀ, ਨਹੀਂ ਦਰਜਾ ਬਦਰਜੀ ਰੱਖਣੀ। ਜਿਹੜੇ ਬੰਦੇ 'ਚ ਸਪਸ਼ਟਤਾ ਵੀ ਇਸ ਮਕਸਦ ਲਈ, ਇਸ ਕੌਜ਼ ਲਈ ਲੜਨਾ, ਉਹ ਬੰਦਾ ਸਾਡੇ ਨਾਲ ਤੁਰ ਪਏ। ਜਿਹੜੇ 'ਚ ਨਹੀਂ ਸਪਸ਼ਟਤਾ ਉਹ ਜਿਵੇਂ ਫਿਰ ਆਪਦਾ ਕੋਈ ਆਰਡਰ ਬਣਾਉਣਾ ਚਾਹੁੰਦਾ ਆਪਣਾ ਵੀ ਲਵੇ, ਇਹਦੇ 'ਚ ਕੋਈ ਸ਼ੱਕ ਨਹੀਂ ਆ। ਇੰਨੀਆਂ ਕੁ ਗੱਲਾਂ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦਾ ਤੁਹਾਨੂੰ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।